परम सत्कारयोग साध संगत जी, रसना पवित्र कर लीए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, आप सबनों वाल्मीकि जयंती दी बहुत बहुत वधाई होवे। साध संगत जी, गुरु ग्रंथ साहिब विच अनेकां ही भगतां दी बाणी दर्ज है। वाल्मीकै होआ साध संग, मारू महला चौथा विच गुरबाणी है, धन्ना जट वाल्मीक, वाल्मीक बरवारा गुरमुख पार पया। ਇਹਦੇ ਪ੍ਰਥਾਇ कथा है, वाल्मीकि जी का जन्म ਭ੍ਰਿੰਗ वंश ਵਿੱਚ ਹੋਇਆ ਸੀ। ਇਹ ਪ੍ਰਚੇਤਾ ਖਾਨਦਾਨ ਦੇ ਰਤਨ ਹੋਏ ਹਨ। ਇਹਨਾਂ ਦੇ ਹੋਣ ਦਾ ਸਮਾਂ ਤ੍ਰੇਤਾ ਯੁੱਗ ਦਾ ਸ਼ੁਰੂ ਸਮਾਂ ਕਿਹਾ ਜਾਂਦਾ ਹੈ, ਪਰ ਕਿਸੇ ਕਾਰਨਵਸ ਭੀਲਾਂ ਦੇ ਘਰ ਵਿੱਚ ਪਲੇ ਤੇ ਜਵਾਨ ਹੋਏ। ਇਹਨਾਂ ਦਾ ਵਿਆਹ ਵੀ ਭੀਲ ਲੜਕੀ ਨਾਲ ਹੋਇਆ। ਥੋੜ੍ਹੇ ਚਿਰ ਵਿੱਚ ਹੀ ਪੁੱਤਰਾਂ ਧੀਆਂ ਵਾਲੇ ਹੋ ਗਏ। ਇਹਨਾਂ ਦੀ ਪਾਲਣਾ ਕਰਨ ਵਾਲੇ ਭੀਲ ਮਾਤਾ ਪਿਤਾ ਬੁੱਢੇ ਹੋ ਗਏ। ਇਸ ਕਰਕੇ ਸਾਰਿਆਂ ਦੀ ਪਾਲਣਾ ਪੋਖਣਾ ਇਹੋ ਹੀ ਕਰਦੇ ਸਨ। ਤਾੜਾ ਡਕੈਤੀ ਭੀਲ ਜਾਤੀ ਦਾ ਪੇਸ਼ਾ ਹੈ। ਇਹ ਵੀ ਸੁਭਾਵਿਕ ਹੀ ਉਸ ਕੰਮ ਵਿੱਚ ਜੁਟ ਗਏ। ਰਾਹ ਵਿੱਚ ਬੈਠੇ ਰਹਿੰਦੇ ਅਤੇ ਆਉਂਦੇ ਜਾਂਦੇ ਰਾਹੀਆਂ ਦੇ ਕੱਪੜੇ ਲਾ ਕੇ ਜੋ ਕੁਝ ਉਸ ਕੋਲ ਹੁੰਦਾ ਲੁੱਟ ਖੋਹ ਕੇ ਘਰ ਲੈ ਜਾਂਦੇ। ਜੋ ਕੁਝ ਲੁੱਟ ਖੋਹ ਵਿੱਚ ਮਿਲਦਾ ਜਾਂ ਲੁੱਟੇ ਖੋਏ ਮਾਲ ਦਾ ਮੁੱਲ ਵਟਿਆ ਜਾਂਦਾ, ਉਸ ਨਾਲ ਆਪਣੇ ਪਰਿਵਾਰ ਦੀ ਪਾਲਣਾ ਕੀਤਾ ਕਰਦੇ ਸਨ। ਜੇ ਰੱਬ ਕਾਰਜ ਕੀਤਾ ਲੋੜੇ, ਸਹਿਆਂ ਸਬੱਬਾਂ ਦੇ ਪਲ ਵਿੱਚ ਜੋੜੇ। ਰੱਬ ਨੇ ਸਬੱਬ ਜੋੜਿਆ, ਵਾਲਮੀਕ ਦੇ ਭਾਗ ਜਾਗੇ। ਜਿਸ ਰਾਹ ਵਿੱਚ ਵਾਲਮੀਕ ਬੈਠਾ ਸੀ, ਉਸੇ ਰਾਹ ਤੋਂ 7 ਰਿਸ਼ੀ ਲੰਘੇ। ਵਾਲਮੀਕੀ ਨੇ ਉਹਨਾਂ ਨੂੰ ਰੋਕ ਲਿਆ। ਸੰਤ ਖੜੇ ਹੋ ਗਏ। ਇਸ ਨੇ ਕੋਲ ਜਾ ਕੇ ਕਿਹਾ, ਸਾਧੋ ਜੋ ਕੁਝ ਤੁਹਾਡੇ ਕੋਲ ਹੈ ਇੱਥੇ ਰੱਖ ਦਿਓ ਅਤੇ ਆਪਣੇ ਸਿਰ ਨੀਵੇਂ ਕਰਕੇ ਮੇਰੇ ਕੁਹਾੜੇ ਦੇ ਵਾਰ ਨੂੰ ਚੱਲੋ। ਰੀਖੀਆ ਨੇ ਕਿਹਾ, ਹੇ ਭਲੇ ਲੋਕਾਂ, ਸਾਡੇ ਕੋਲ ਤਾਂ ਤੁੰਬੀ ਲੰਗੋਟੀ ਤੇ ਜਿਹੜੀ ਤੋਂ ਬਿਨਾਂ ਹੋਰ ਕੁਝ ਹੈ ਨਹੀਂ ਅਤੇ ਇਹ ਚੀਜ਼ਾਂ ਤੇਰੇ ਕਿਸੇ ਕੰਮ ਵੀ ਨਹੀਂ ਹਨ। ਭਲਾ ਜੇ ਤੂੰ ਇਹਨਾਂ ਨੂੰ ਲੈਣਾ ਹੀ ਹੈ ਤਾਂ ਅਸੀਂ ਤੈਨੂੰ ਆਪੇ ਹੀ ਖੁਸ਼ੀ ਨਾਲ ਦੇ ਦਿੰਦੇ ਹਾਂ। ਫਿਰ ਤੂੰ ਸਾਨੂੰ ਮਾਰ ਕੇ ਆਪਣੇ ਸਿਰ ਉੱਤੇ ਹੱਤਿਆ ਕਿਉਂ ਲੈਂਦਾ ਹੈ? ਵਾਲਮੀਕੀ ਨੇ ਕਿਹਾ, ਮੇਰਾ ਪ੍ਰਣ ਹੈ ਕਿ ਜੋ ਵੀ ਬੰਦਾ ਮੇਰੀਆਂ ਅੱਖਾਂ ਅੱਗੋਂ ਲੰਘੇਗਾ ਅਤੇ ਜਿਸ ਨੂੰ ਮੈਂ ਵੇਖ ਲਵਾਂਗਾ ਉਸ ਨੂੰ ਜ਼ਰੂਰ ਮਾਰ ਸੁੱਟਾਂਗਾ, ਭਾਵੇਂ ਉਸ ਕੋਲ ਕੁਝ ਹੋਵੇ ਤੇ ਭਾਵੇਂ ਨਾ ਹੋਵੇ। ਉਸ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਰੀਖੀਆ ਨੇ ਸਿਰ ਝੁਕਾ ਦਿੱਤੇ। ਵਾਲਮੀਕੀ ਮਾਰਨ ਲਈ ਤਿਆਰ ਹੋ ਗਿਆ। ਕੁਹਾੜਾ ਮੋਢੇ 'ਤੇ ਰੱਖਿਆ, ਪਰ ਹੌਸਲਾ ਨਹੀਂ ਪੈਂਦਾ ਕਿ ਮਾਰੇ। ਮਨ ਨੇ ਬੜੀ ਵਾਹ ਲਾਈ, ਹੱਥ ਉੱਚੇ ਹੋਏ, ਕੁਹਾੜਾ ਮੋਢੇ ਤੋਂ ਚੁੱਕ ਲਿਆ, ਪਰ ਵਾਰ ਕਰਨ ਦਾ ਹੀਆ ਹੀ ਨਾ ਪਿਆ। ਕਿੰਨਾ ਚਿਰ ਤਾਂ ਰੀਖੀ ਸਿਰ ਨੀਵਾਂ ਕਰਕੇ ਖੜੇ ਰਹੇ, ਪਰ ਜਦ ਵਾਲਮੀਕੀ ਨਿੰਮੋ ਝੂਣਾ ਜਿਹਾ ਹੋ ਕੇ ਖਲੋ ਗਿਆ ਤਾਂ ਉਹਨਾਂ ਨੇ ਪੁੱਛਿਆ, ਕਿਉਂ ਭਾਈ, ਹੁਣ ਤੂੰ ਸਾਨੂੰ ਮਾਰਦਾ ਕਿਉਂ ਨਹੀਂ? ਵਾਲਮੀਕੀ ਨੇ ਕਿਹਾ, ਪਤਾ ਨਹੀਂ ਅੱਜ ਮੇਰੇ ਮਨ ਨੂੰ ਕੀ ਹੋ ਗਿਆ ਹੈ। ਤੁਹਾਡਾ ਦਰਸ਼ਨ ਵੇਖਦਿਆਂ ਹੀ ਮੇਰਾ ਮਨ ਹੋਰ ਦਾ ਹੋਰ ਹੋ ਗਿਆ ਹੈ। ਤੁਹਾਨੂੰ ਮਾਰਨਾ ਨਹੀਂ ਚਾਹੁੰਦਾ, ਪਰ ਜੇ ਤੁਹਾਨੂੰ ਜਿਉਂਦਾ ਜਾਣਦਿਆਂ ਤਾਂ ਮੇਰਾ ਪ੍ਰਾਣ ਟੁੱਟ ਜਾਂਦਾ ਹੈ। ਮੈਂ ਪ੍ਰਾਣ ਤੋੜਨਾ ਵੀ ਗੁਨਾਹ ਸਮਝਦਾ ਹਾਂ, ਇਸ ਲਈ ਮਾਰਾਂਗਾ ਜ਼ਰੂਰ। ਜਰਾ ਸਬਰ ਕਰਕੇ ਖੜੋ ਜਾਓ। ਸੰਤਾਂ ਨੇ ਪੁੱਛਿਆ, ਤੂੰ ਅਜਿਹਾ ਉਗਰ ਪਾਪ ਰੂਪ ਪ੍ਰਾਣ ਕਿਉਂ ਕੀਤਾ? ਵਾਲਮੀਕੀ ਨੇ ਉੱਤਰ ਦਿੱਤਾ, ਇੱਕ ਦਿਨ ਮੈਂ ਇੱਕ ਆਦਮੀ ਨੂੰ ਮਾਰ ਕੇ ਉਸ ਦੇ ਕੱਪੜੇ ਫਰੋਲੇ ਤਾਂ ਉਸ ਦੇ ਖਿੱਸੇ ਵਿੱਚੋਂ ਇੱਕ ਧੇਲੇ ਦੀਆਂ ਕੌਡਾਂ ਤੋਂ ਛੁੱਟ ਹੋਰ ਕੁਝ ਨਾ ਨਿਕਲਿਆ। ਕੱਪੜੇ ਵੀ ਕੋਈ ਚੰਗੇ ਨਹੀਂ ਸਨ, ਉਹ ਵੀ ਮੇਰੇ ਕਿਸੇ ਕੰਮ ਨਾ ਆਏ। ਮੈਂ ਧੇਲੇ ਦੀਆਂ ਕੌਡਾਂ ਲੈ ਕੇ ਘਰ ਗਿਆ ਤੇ ਜਾ ਕੇ ਮਾਂ ਨੂੰ ਕਿਹਾ, ਮਾਂ, ਜੋ ਕੰਮ ਕਰਦਾ ਹਾਂ ਉਹ ਚੰਗਾ ਨਹੀਂ ਹੈ। ਵੇਖ, ਅੱਜ ਮੈਂ ਇੱਕ ਖੂਨ ਕੀਤਾ ਹੈ ਤੇ ਖੂਨ ਕਰਨ ਦੇ ਬਦਲੇ ਵਿੱਚ ਮੈਨੂੰ ਇੱਕ ਧੇਲਾ ਮਿਲਿਆ ਹੈ। ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ ਅਤੇ ਹੋਰ ਕੋਈ ਮਿਹਨਤ ਮਜ਼ਦੂਰੀ ਕਰ ਲਵਾਂਗਾ। ਮੇਰੇ ਪਾਸੋਂ ਇਹ ਸੁਣ ਕੇ ਮੇਰੀ ਮਾਂ ਧੇਲੇ ਦੀਆਂ ਕੌਡਾਂ ਲੈ ਕੇ ਬਾਜ਼ਾਰ ਚਲੀ ਗਈ ਅਤੇ ਮੱਛੀ ਮਾਰ ਪਾਸੋਂ ਧੇਲੇ ਦੇ ਪੁੰਗਰੇ ਲੈ ਆਈ ਅਤੇ ਕਹਿਣ ਲੱਗੀ, ਵੇਖ ਬੱਚਾ, ਤੂੰ ਤਾਂ ਧੇਲੇ ਵਾਸਤੇ ਇੱਕ ਖੂਨ ਕੀਤਾ ਹੈ ਨਾ,
ਪਰ ਇਸ ਮੱਛੀ ਮਾਰ ਨੇ ਇੱਕ ਧੇਲੇ ਵਾਸਤੇ ਕਿੰਨੇ ਹੀ ਖੂਨ ਕੀਤੇ ਹਨ। ਮਾਂ ਪਾਸੋਂ ਇਹ ਸੁਣ ਕੇ ਮੈਂ ਇੱਕਦਾ ਪੱਕਾ ਕਰ ਲਿਆ ਕਿ ਜਿਸ ਬੰਦੇ ਨੂੰ ਮੈਂ ਅੱਖੀਂ ਵੇਖ ਲਵਾਂਗਾ ਉਸ ਨੂੰ ਕਦੇ ਜਿਉਂਦਾ ਨਹੀਂ ਛੱਡਾਂਗਾ। ਬਸ ਉਸ ਦਿਨ ਤੋਂ ਮੇਰਾ ਰੋਜ਼ ਦਾ ਇਹੋ ਹੀ ਕੰਮ ਹੈ। ਪਰ ਪਤਾ ਨਹੀਂ ਅੱਜ ਤੁਹਾਨੂੰ ਮਾਰਨ ਵੱਲੋਂ ਮੈਂ ਕਿਉਂ ਝਿਜਕਦਾ ਹਾਂ। ਰਿੱਕੀਆਂ ਨੇ ਕਿਹਾ, ਪਰ ਭਾਈ ਤੂੰ ਕਦੇ ਐਵੇਂ ਸੋਚਿਆ ਹੈ ਕਿ ਪਾਪਾ ਦਾ ਫਲ ਭੋਗਣਾ ਹੀ ਪਏਗਾ ਅਤੇ ਕੀਤੇ ਹੋਏ ਕਰਮਾਂ ਦਾ ਲੇਖਾ ਦੇਣਾ ਹੀ ਪਏਗਾ। ਜਮਰਾਜਾਂ ਦੇ ਦੂਤ ਆ ਕੇ ਫੜ ਲਿਜਾਣਗੇ ਤੇ ਪੁੱਛਣਗੇ ਤੂੰ ਕੀ ਖੱਟਿਆ ਤੇ ਕੀ ਗਵਾਇਆ ਹੈ। ਛੇਤੀ ਚੱਲ, ਧਰਮ ਰਾਜਾ ਜੀ ਨੇ ਸੱਦਿਆ ਹੈ। ਉਸ ਵੇਲੇ ਤੂੰ ਕੀ ਜਵਾਬ ਦੇਵੇਂਗਾ? ਉਹ ਪਾਪੀਆ, ਉਸ ਵੇਲੇ ਇਹਨਾਂ ਸਬੰਧੀਆਂ ਵਿੱਚੋਂ ਤੇਰਾ ਕੋਈ ਵੀ ਸਾਥੀ ਨਹੀਂ ਹੋਵੇਗਾ। ਇਹ ਸੁਣ ਕੇ ਬਾਲਮੀਕੀ ਨੇ ਕਿਹਾ, ਮੇਰੇ ਸਾਥੀ ਕਿਉਂ ਨਾ ਹੋਣਗੇ? ਹੁਣ ਜਦ ਕਦੇ ਮੈਂ ਬਿਮਾਰ ਹੋ ਜਾਂਦਾ ਹਾਂ ਤਾਂ ਸਾਰੇ ਮੇਰੇ ਉੱਪਰੋਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਹੁੰਦੇ ਹਨ। ਇੱਕ ਵੇਰਾ ਰਾਜੇ ਦੇ ਸਿਪਾਹੀ ਮੈਨੂੰ ਫੜ ਕੇ ਲੈ ਚੱਲੇ ਸਨ। ਉਸ ਵੇਲੇ ਮੇਰੇ ਸੰਬੰਧੀਆਂ ਨੇ ਉਹਨਾਂ ਨੂੰ ਕੁਝ ਦੇ ਦਿਵਾ ਕੇ ਮੈਨੂੰ ਉਹਨਾਂ ਪਾਸੋਂ ਛੁਡਵਾ ਲਿਆ ਸੀ। ਮੈਨੂੰ ਭਰੋਸਾ ਹੈ ਕਿ ਜਦ ਕਦੇ ਮੈਨੂੰ ਕੋਈ ਮੁਸੀਬਤ ਪਏਗੀ ਤਾਂ ਸਾਰੇ ਸੰਬੰਧੀ ਮੇਰੀ ਸਹਾਇਤਾ ਕਰਨਗੇ। ਸੰਤਾਂ ਨੇ ਕਿਹਾ, ਓਏ ਭੋਲਿਆ, ਭੁੱਲਾ ਨਾ ਫੇਰ, ਜਾ ਕੇ ਪੁੱਛਦਾ। ਬਾਲਮੀਕੀ ਨੇ ਕਿਹਾ, ਮੈਂ ਸਮਝਦਾ ਹਾਂ ਤੁਸੀਂ ਮੈਨੂੰ ਘਰ ਭੇਜ ਕੇ ਆਪ ਨੱਸ ਜਾਣਾ ਚਾਹੁੰਦੇ ਹੋ। ਮੈਂ ਤੁਹਾਨੂੰ ਕਦੇ ਜਿਉਂਦਾ ਨਹੀਂ ਜਾਣ ਦੇਵਾਂਗਾ। ਸੰਤਾਂ ਨੇ ਕਿਹਾ, ਨਹੀਂ ਭਾਈ, ਅਸੀਂ ਭੱਜਣਾ ਨਹੀਂ ਚਾਹੁੰਦੇ। ਜੇ ਤੈਨੂੰ ਸਾਡੀ ਜ਼ੁਬਾਨ 'ਤੇ ਇਤਬਾਰ ਨਾ ਹੋਵੇ ਤਾਂ ਸਾਨੂੰ ਇਹਨਾਂ ਦਰਖਤਾਂ ਨਾਲ ਵੱਖੋ ਵੱਖ ਬੰਨ੍ਹ ਜਾਓ, ਘਰੋਂ ਜਾ ਕੇ ਪੁੱਛਾਓ। ਸੰਤਾਂ ਦੇ ਇਸ ਬਚਨ ਨੂੰ ਮੰਨ ਕੇ ਬਾਲਮੀਕੀ ਨੇ ਉਹਨਾਂ ਨੂੰ ਦਰਖਤ ਨਾਲ ਬੰਨ੍ਹ ਦਿੱਤਾ ਅਤੇ ਘਰ ਜਾ ਕੇ ਮਾਂ ਕੋਲੋਂ ਪੁੱਛਣ ਲੱਗਾ, ਮਾਂ, ਮੈਂ ਤੇਰੇ ਵਾਸਤੇ ਅਤੇ ਤੇਰਾ ਹੁਕਮ ਮੰਨ ਕੇ ਕਈ ਖੂਨ ਕੀਤੇ ਹਨ ਅਤੇ ਕਿੰਨੇ ਹੀ ਪਾਪ ਕੀਤੇ ਹਨ। ਜੋ ਕੁਝ ਪਾਇਆ ਹੈ ਤੇਰੇ ਅੱਗੇ ਲਿਆ ਧਰਿਆ ਹੈ। ਜਦੋਂ ਮੈਨੂੰ ਉਹਨਾਂ ਪਾਪਾਂ ਦਾ ਲੇਖਾ ਦੇਣਾ ਪਏਗਾ ਉਸ ਵੇਲੇ ਤੂੰ ਮੇਰੀ ਸਹਾਇਤਾ ਕਰੇਂਗੀ? ਇਸ ਦੇ ਉੱਤਰ ਵਿੱਚ ਮਾਂ ਨੇ ਕਿਹਾ, ਵੇਖ ਬੱਚਾ, ਪਹਿਲਾਂ ਮੈਂ ਤੈਨੂੰ 9 ਮਹੀਨੇ ਪੇਟ ਵਿੱਚ ਪਾਲਿਆ, ਫਿਰ 5 ਵਰ੍ਹੇ ਤੇਰੇ ਸੁੱਖ ਦੀ ਖਾਤਰ ਕਈ ਤਰ੍ਹਾਂ ਦੇ ਦੁੱਖ ਝਾਗੇ, ਤੈਨੂੰ ਪਾਲ ਪੂਸ ਕੇ ਵੱਡਾ ਵੀ ਕੀਤਾ, ਤੇਰਾ ਵਿਆਹ ਕਰਕੇ ਜਗਤ ਦਾ ਸਾਰਾ ਭਾਰ ਆਪਣੇ ਸਿਰ ਤੋਂ ਲਾਇਆ, ਕੇਵਲ ਇਸੇ ਵਾਸਤੇ ਕਿ ਜਦ ਅਸੀਂ ਬੁੱਢੇ ਹੋਵਾਂਗੇ ਤਾਂ ਤੂੰ ਸਾਡੀ ਪਾਲਣਾ ਕਰੇਗਾ। ਹੁਣ ਮੈਂ ਅਤੇ ਤੇਰਾ ਪਿਓ ਅਸੀਂ ਦੋਵੇਂ ਬੁੱਢੇ ਹਾਂ, ਸੁੱਖ ਨਾਲ ਤੂੰ ਜਵਾਨ ਹੈ, ਖੱਟ ਕਮਾ ਕੇ ਸਾਡੀ ਸੇਵਾ ਕਰ। ਤੇਰੇ ਪਾਪ ਪੁੰਨ ਦੇ ਅਸੀਂ ਹਿੱਸੇਦਾਰ ਨਹੀਂ ਹਾਂ ਅਤੇ ਨਾ ਹੀ ਤੇਰੀ ਸਹਾਇਤਾ ਕਰ ਸਕਾਂਗੇ। ਮਾਤਾ ਪਾਸੋਂ ਇਹ ਉੱਤਰ ਸੁਣ ਕੇ ਬਾਲਮੀਕ ਵਹੁਟੀ ਕੋਲ ਜਾ ਕੇ ਪੁੱਛਣ ਲੱਗਾ, ਭਲੀਏ ਲੋਕੇ, ਅੰਤ ਵੇਲੇ ਤੂੰ ਮੇਰੀ ਬਾਉੜੀ ਕਰੇਂਗੀ? ਉਸਨੇ ਕਿਹਾ, ਝੂਠੀ ਗੱਲ, ਮੇਰੇ ਮਾਪਿਆਂ ਨੇ ਮੈਨੂੰ ਤੁਹਾਡੇ ਲੜ ਲਾਇਆ ਹੈ। ਤੁਹਾਡਾ ਕੰਮ ਹੈ ਮੇਰੀ ਪਾਲਣਾ ਪੋਸ਼ਣਾ ਕਰਨਾ ਅਤੇ ਤੁਹਾਡੀ ਸੇਵਾ ਕਰਨੀ ਮੇਰਾ ਕੰਮ ਹੈ, ਸੋ ਮੈਂ ਕਰ ਰਹੀ ਹਾਂ। ਹੋਰ ਕਿਸੇ ਪਾਪ ਪੁੰਨ ਦੀ ਮੈਂ ਕੋਈ ਹਿੱਸੇਦਾਰ ਨਹੀਂ ਹਾਂ। ਤੁਸੀਂ ਭਾਵੇਂ ਪਾਪ ਕਰੋ ਭਾਵੇਂ ਪੁੰਨ, ਮੇਰੀ ਪਾਲਣਾ ਕਰੋ, ਮੈਂ ਤੁਹਾਡੀ ਸੇਵਾ ਕਰਾਂਗੀ। ਘਰ ਵਾਲੀ ਤੋਂ ਇਸ ਤਰ੍ਹਾਂ ਦਾ ਕੋਰਾ ਉੱਤਰ ਸੁਣ ਕੇ ਬਾਲਮੀਕ ਸਿੱਧਾ ਸੰਤਾਂ ਦੇ ਕੋਲ ਆਇਆ ਤੇ ਉਹਨਾਂ ਦੇ ਬੰਧਨ ਖੋਲ ਕੇ ਚਰਨਾਂ ਪਰ ਡਿੱਗ ਕੇ ਰੋ ਰੋ ਕੇ ਕਹਿਣ ਲੱਗਾ, ਮਹਾਂਪੁਰਖੋ, ਨੇ ਜਿਨ੍ਹਾਂ ਨੂੰ ਆਪਣੇ ਜਾਤਾ ਸੀ ਉਹ ਮੇਰੇ ਨਹੀਂ ਹਨ। ਜਿਨ੍ਹਾਂ ਦੇ ਮਗਰ ਲੱਗ ਕੇ ਮੈਂ ਰੱਬ ਤੋਂ ਬੇਮੁਖ ਹੋ ਚੁੱਕਾ ਸਾਂ, ਉਹ ਅੰਤ ਵੇਲੇ ਦੇ ਸਹਾਈ ਨਹੀਂ ਹੁੰਦੇ। ਹੁਣ ਮੈਂ ਆਪ ਜੀ ਦੀ ਸ਼ਰਨ 'ਚ ਹਾਂ, ਜਿਵੇਂ ਜਾਣੋ ਮੇਰਾ ਉਧਾਰ ਕਰੋ। ਉਸ ਦੀ ਅਜਿਹੀ ਦੀਨ ਦਸ਼ਾ ਵੇਖ ਕੇ ਬ੍ਰਹਮ ਗਿਆਨੀ ਪਰਉਪਕਾਰ ਦਾ ਉਤਸ਼ਾਹ ਰੱਖਣ ਵਾਲੇ ਬ੍ਰਹਮ ਗਿਆਨੀ ਮਹਾਤਮਾ ਨੇ ਉਸ ਨੂੰ ਰਾਮ ਨਾਮ ਦਾ ਅਧਿਕਾਰੀ ਨਾ ਸਮਝ ਕੇ ਮਾਰਾ ਦਾ ਉਪਦੇਸ਼ ਕੀਤਾ ਅਤੇ ਕਿਹਾ, ਜਿੰਨਾ ਚਿਰ ਅਸੀਂ ਮੁੜ ਕੇ ਨਹੀਂ ਆਉਂਦੇ ਉਹਨਾਂ ਚਿਰ ਇੱਥੇ ਬੈਠਾ ਇਸ ਨਾਮ ਦਾ ਸਿਮਰਨ ਕਰ। ਇਹ ਕਹਿੰਦੇ ਹੀ ਸੰਤ ਤੁਰ ਪਏ। ਸੰਤਾਂ ਦੇ ਬਚਨ ਨਾਲ ਘਾਇਲ ਹੋ ਚੁੱਕੇ ਮਨ ਵਾਲਾ ਬਾਲਮੀਕ ਉੱਥੇ ਬੈਠਾ ਮਰਾ ਜਾਪ ਰਿਹਾ ਸੀ। ਇਹੋ ਜਾਪ ਜਪਦਿਆਂ ਮਨ ਸੁੱਧ ਹੋ ਗਿਆ, ਜਿਵੇਂ ਸਾਫ਼ ਸ਼ੀਸ਼ੇ ਵਿੱਚੋਂ ਚਿਹਰਾ ਦਿਸ ਪੈਂਦਾ ਹੈ। ਐਵੇਂ ਨਿਰਮਲ ਮਨ ਨੂੰ ਅਸਲੀ ਜਾਪ ਦੀ ਸੁੱਝ ਆ ਗਈ। ਆਪੇ ਹੀ ਜਮ ਤੇ ਉਲਟ ਪਏ ਹੈ ਰਾਮ, ਮਰਾ ਤੋਂ ਰਾਮ ਹੋ ਗਿਆ। ਹੁਣ ਰਾਮ ਦੀ ਧੁਨੀ ਲੱਗ ਗਈ। ਇਸੇ ਸਿਮਰਨ ਵਿੱਚ ਹੀ ਸਵਾਸ ਨਿਜ ਘਰ ਵਿੱਚ ਜਾ ਪਹੁੰਚੇ ਅਤੇ ਅਖੰਡ ਸਮਾਧੀ ਲੱਗ ਗਈ। ਸਮਾਧੀ ਵਿੱਚ ਹੀ ਕਈ ਹਜ਼ਾਰ ਵਰ੍ਹੇ ਲੰਘ ਗਏ।
ਇੰਨੇ ਚਿਰ ਮਗਰੋਂ ਉਹੀ ਮਹਾਤਮਾ ਉਸ ਰਾਹ ਤੋਂ ਲੰਘੇ ਅਤੇ ਉਸ ਧਾੜੇ ਮਾਰਦੀ ਗੱਲ ਚੇਤੇ ਕਰਕੇ ਖਲੋ ਗਏ ਤੇ ਕਹਿਣ ਲੱਗੇ, ਇੱਥੇ ਇੱਕ ਰਾਹ ਮਾਰ ਨੂੰ ਮਰਾ ਦਾ ਉਪਦੇਸ਼ ਦਿੱਤਾ ਸੀ। ਕੀ ਉਹ ਇੱਥੇ ਬੈਠਾ ਹੈ ਜੇ ਚਲਾ ਗਿਆ? ਗੌ ਕਰਕੇ 4 ਚੁਫੇਰੇ ਨਜ਼ਰ ਦੁੜਾਈ ਤਾਂ ਇੱਕ ਦੀਮਕ ਦੀ ਮਿੱਟੀ ਦੇ ਢੇਰ ਵਿੱਚੋਂ ਰਾਮ ਦੀ ਆਵਾਜ਼ ਸੁਣੀ ਗਈ। ਉਸ ਵੇਲੇ ਮਹਾਂਪੁਰਸ਼ਾਂ ਨੇ ਹਿੰਮਤ ਕਰਕੇ ਮਿੱਟੀ ਦੇ ਢੇਰ ਵਿੱਚੋਂ ਬਾਲਮੀਕ ਨੂੰ ਬਾਹਰ ਕੱਢਿਆ। ਉਸ ਦੀ 10 ਦੁਆਰ ਚੜ੍ਹ ਚੁੱਕੇ ਹੋਏ ਪ੍ਰਾਣਾਂ ਨੂੰ ਜੁਗਤੀ ਨਾਲ ਉਤਾਰਿਆ। ਜਦ ਉਸ ਨੂੰ ਆਪਣੇ ਤਨ ਦੀ ਸੂਰਤ ਆਈ ਤਾਂ ਆਪਣੇ ਸਾਹਮਣੇ ਆਪਣੇ ਸੁਧਾਰਕਾਂ ਨੂੰ ਖੜਾ ਵੇਖ ਕੇ ਚਰਨੀ ਡਿੱਗਾ ਅਤੇ ਮਹਾਤਮਾ ਨੇ ਉਸੇ ਵੇਲੇ ਹੀ ਮਿਹਰ ਦੀ ਨਿਗਾਹ ਨਾਲ ਤੱਕ ਕੇ ਨਦਰ ਨਿਹਾਲ ਕਰ ਦਿੱਤਾ। ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਮਹਾਤਮਾ ਤਮਸਾ ਨਦੀ ਦੇ ਕੰਢੇ ਰਹਿੰਦੇ ਸਨ। ਇੱਕ ਵਾਰੀ ਇਹ ਆਪਣੇ ਚੇਲਿਆਂ ਸਣੇ ਨਦੀ ਦੇ ਕੰਢੇ ਉੱਤੇ ਇਸ਼ਨਾਨ ਕਰਨ ਲਈ ਗਏ। ਉੱਥੇ ਚੇਲਿਆਂ ਨੂੰ ਨਦੀ ਦੇ ਕੰਢੇ ਉੱਤੇ ਛੱਡ ਕੇ ਆਪ ਇੱਧਰ ਉੱਧਰ ਫਿਰ ਰਹੇ ਸਨ ਕਿ ਉਸ ਵੇਲੇ ਇੱਕ ਸ਼ਿਕਾਰੀ ਨੇ ਇੱਕ ਕਰੋਂਚ ਪੰਛੀ ਨੂੰ ਮਾਰਿਆ। ਕਰੋਂਚ ਲਹੂ ਲੋਹਾਨ ਹੋ ਗਿਆ ਤੇ ਲਹੂ ਨਾਲ ਲੇਥੂ ਪੇਥੂ ਹੋ ਕੇ ਧਰਤੀ ਪਰ ਡਿੱਗ ਪਿਆ ਤੇ ਕਰੋਂਚੀ ਕੁਰਲਾਉਣ ਲੱਗੀ। ਇਹ ਵਾਰਦਾਤ ਦੇਖ ਕੇ ਇਹਨਾਂ ਦੇ ਮੂੰਹ ਇਹ ਬਚਨ ਸੁਤੇ ਹੀ ਨਿਕਲ ਗਿਆ, ਮਾਂ ਨਿਸ਼ਾਦ ਪ੍ਰਤੀਸ਼ਵਤ ਮਗ ਮੱਛਾ ਸਵਤੀ ਸਮਾ। ਇਹ ਵਾਕ ਸੁੰਦਰ ਅੱਖਰਾਂ ਦਾ ਜੋੜ ਅਨੁਪਸਥ ਛੰਦ ਬਣ ਗਿਆ, ਜੋ ਮੁਨੀ ਨੂੰ ਅਜਿਹਾ ਚੰਗਾ ਲੱਗਾ ਕਿ ਉਹਨਾਂ ਨੇ ਸਾਰੀ ਰਾਮਾਇਣ ਨੂੰ ਇਸੇ ਹੀ ਛੰਦ ਵਿੱਚ ਉਚਾਰਨ ਕੀਤਾ। ਸਭ ਤੋਂ ਪਹਿਲਾਂ ਛੰਦ ਰਚਨਾ ਇਹਨਾਂ ਨੇ ਹੀ ਕੀਤੀ ਹੈ, ਇਸੇ ਲਈ ਇਹਨਾਂ ਦਾ ਨਾਮ ਆਦਿ ਕਵੀ ਵੀ ਕਿਹਾ ਜਾਂਦਾ ਹੈ। ਇਸੇ ਮਹਾਪੁਰਸ਼ ਦੇ ਆਸ਼ਰਮ ਤੇ ਹੀ ਸੀਤਾ ਜੀ ਨੂੰ ਬਨੋਵਾਸ ਮਿਲਿਆ ਸੀ। ਇਸੇ ਬਾਲਮੀਕ ਦੇ ਆਸ਼ਰਮ ਤੇ ਹੀ ਲਵਕੁਸ਼ ਦਾ ਜਨਮ ਹੋਇਆ ਸੀ ਅਤੇ ਉਹਨਾਂ ਦੋਹਾਂ ਭਰਾਵਾਂ ਨੇ ਇਹਨਾਂ ਮਹਾਤਮਾ ਦੇ ਚਰਨਾਂ ਵਿੱਚ ਰਹਿ ਕੇ ਹੀ ਸਭ ਤਰ੍ਹਾਂ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਇਸੇ ਮਹਾਤਮਾ ਦੇ ਆਸ਼ਰਮ ਤੇ ਹੀ ਸ਼੍ਰੀ ਰਾਮ ਚੰਦਰ ਜੀ ਦਾ ਆਪਣੇ ਸਪੁੱਤਰਾਂ ਨਾਲ ਯੁੱਧ ਹੋਇਆ ਸੀ ਅਤੇ ਇਸੇ ਮਹਾਤਮਾ ਦੇ ਆਸ਼ਰਮ ਤੇ ਹੀ ਹਨੂਮਾਨ ਜੀ ਬਾਲਕਾਂ ਅੱਗੇ ਹਾਰੇ ਅਤੇ ਉਹਨਾਂ ਦੇ ਕੈਦੀ ਹੋਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਵਿੱਚ ਵਾਲਮੀਕੀ ਜੀ ਨੂੰ ਉਪ ਅਵਤਾਰਾਂ ਦੇ ਵਿੱਚ ਬ੍ਰਹਮਾ ਦਾ ਪਹਿਲਾ ਅਵਤਾਰ ਲਿਖਿਆ ਹੈ।